ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਸਵਰੂਪ ਦੀ ਆਪ ਜੀ ਸਰਵਣ ਕਰ ਰਹੇ। 729 ਅੰਗ ਤੇ ਕਥਾ ਪਹੁੰਚੀ ਹੈ। ਸੂਹੀ ਰਾਗ ਹੈ ਔਰ ਪਹਿਲੇ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਅੰਮ੍ਰਿਤ ਬਚਨ ਹਨ। ਸਰਵਣ ਕਰਨ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਹਾਜ਼ਰੀ ਲਵਾਉਂਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੇ ਮਹੱਲਾ ਪਹਿਲਾ। ਜਪ ਤਪ ਕਾ ਬੰਦ ਬੇੜਲਾ, ਜਿਤ ਲੰਘ ਹੈ ਵਹੇਲਾ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਅੰਮ੍ਰਿਤ ਬਚਨ ਹਨ। ਹੇ ਭਾਈ, ਜਪ ਤੇ ਤਪ ਦਾ ਬੇੜਾ ਬੰਨ ਲੈ। ਜਪ ਤਪ ਦਾ ਬੇੜਾ। ਹੜ੍ਹ ਆਉਣਾ ਹੋਵੇ, ਪਤਾ ਲੱਗੇ ਤਾਂ ਸਿਆਣੇ ਲੋਕ ਉਹਦੇ ਤੋਂ ਪਹਿਲਾਂ ਪ੍ਰਬੰਧ ਕਰ ਲੈਂਦੇ। ਉਧਰੋਂ ਹੜ੍ਹ ਆ ਜਾਏ, ਛੱਲਾਂ ਆ ਪਹੁੰਚਣ, ਇਹ ਆਖੇ ਕਿ ਹੁਣ ਮੈਂ ਬੇੜਾ ਤਿਆਰ ਕਰ ਲਵਾਂ, ਫਿਰ ਗੱਲ ਨਹੀਂ ਬਣਨੀ। ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ, ਭਾਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ। ਫਿਰ ਔਖਾ ਹੋ ਜਾਣਾ। ਹੁਣ ਸਮਾਂ ਦਿੱਤਾ ਪਰਮੇਸ਼ਰ ਨੇ, ਅਕਾਲ ਪੁਰਖ ਨੇ। ਇਸ ਕਰਕੇ ਸੱਜਣਾ, ਜਪ ਤੇ ਤਪ ਦਾ, ਸਾਡੇ ਲਈ ਜਪ ਕਿਹੜਾ ਤੇ ਤਪ ਕਿਹੜਾ, ਇਹਦੇ ਬਾਰੇ ਗੁਰਬਾਣੀ 'ਚ ਬਹੁਤ ਥਾਵਾਂ ਤੇ ਸਤਿਗੁਰਾਂ ਨੇ ਸਪਸ਼ਟ ਕੀਤਾ ਹੈ ਕਿ ਵਾਹਿਗੁਰੂ ਨਾਮ ਦਾ ਜਾਪ ਹੀ ਸਾਡੇ ਲਈ ਜਪ ਹੈ ਔਰ ਵਾਹਿਗੁਰੂ ਨਾਮ ਦਾ ਜਾਪ ਹੀ ਸਾਡੇ ਲਈ ਤਪ ਹੈ। ਹਰ ਧਨ ਜਾਪ, ਹਰ ਧਨ ਤਾਪ। ਹਰੀ ਦੇ ਨਾਮ ਧਨ ਦਾ ਖਜ਼ਾਨਾ ਹੀ ਸਾਡੇ ਲਈ ਜਪ ਹੈ। ਹਰੀ ਦੇ ਨਾਮ ਧਨ ਦਾ ਖਜ਼ਾਨਾ ਹੀ ਸਾਡੇ ਲਈ ਤਪ ਹੈ। ਇਹ ਸਾਤਵਿਕ ਤਪ ਹੈ, ਸਤੋ ਗੁਣੀ ਤਪ। ਤਪ 3 ਪ੍ਰਕਾਰ ਦਾ ਹੁੰਦਾ ਹੈ, ਤਮੋ ਗੁਣੀ, ਰਜੋ ਗੁਣੀ ਤੇ ਸਤੋ ਗੁਣੀ। ਤਮੋ ਗੁਣੀ ਤਪ ਵਿੱਚ ਸਭ ਤੋਂ ਵੱਧ ਮਿਹਨਤ ਲੱਗਦੀ ਹੈ, ਵੱਧ ਘਾਲਣੀ ਪੈਂਦੀ ਹੈ, ਪਰ ਪ੍ਰਾਪਤੀ ਥੋੜੀ ਹੁੰਦੀ ਹੈ। ਸਤੋ ਗੁਣੀ ਤਪ ਵਿੱਚ ਘਾਲਣਾ ਥੋੜੀ ਹੈ, ਮਿਹਨਤ ਘੱਟ ਹੈ, ਪਰ ਫਲ ਅਧਿਕ ਪ੍ਰਾਪਤ ਹੁੰਦਾ। ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਇਹ ਬਚਨ ਸਿੱਖਾਂ ਨੂੰ ਕਹੇ ਤੇ ਸੁਣਨ ਵਾਲਿਆਂ ਨੇ ਸਵਾਲ ਕੀਤਾ, ਮਹਾਰਾਜ ਇਹ ਕਿਵੇਂ ਹੋ ਸਕਦਾ ਹੈ ਕਿ ਜਿਹੜਾ ਮਿਹਨਤ ਵੱਧ ਕਰਦਾ ਉਹਨੂੰ ਫਲ ਵੀ ਵੱਧ ਮਿਲਦਾ, ਜਿਹੜਾ ਘੱਟ ਕਰਦਾ ਉਹਨੂੰ ਘੱਟ ਮਿਲਦਾ। ਪਰ ਤੁਸੀਂ ਕਹਿੰਦੇ ਹੋ ਸਤੋ ਗੁਣੀ ਤਪ ਵਿੱਚ ਮਿਹਨਤ ਥੋੜੀ ਹੈ, ਫਲ ਜ਼ਿਆਦਾ ਹੈ। ਤਮੋ ਗੁਣੀ ਤਪ ਦੇ ਵਿੱਚ ਮਿਹਨਤ ਜ਼ਿਆਦਾ ਤੇ ਫਲ ਥੋੜਾ ਹੈ। ਇਹ ਉਲਟਾ ਕੰਮ ਹੈ। ਪਾਤਸ਼ਾਹ ਨੇ ਉਦਾਹਰਣ ਦਿੱਤੀ, ਇੱਕ ਗਰੀਬ ਲੱਕੜਹਾਰਾ ਗਰਮੀਆਂ ਦੇ ਦਿਨਾਂ ਵਿੱਚ ਹੱਥ ਵਿੱਚ ਕੁਹਾੜਾ ਫਕੜ ਕੇ ਜੰਗਲ ਦੇ ਵਿੱਚ ਗਿਆ। ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨੇ ਲੱਕੜਾਂ ਕੱਟੀਆਂ, ਪਸੀਨੋ ਪਸੀਨੀ ਹੋਇਆ। ਅੱਤ ਦੀ ਉਸ ਗਰਮੀ ਵਿੱਚ ਸ਼ਾਮ ਵੇਲੇ ਕੁਝ ਲੱਕੜਾਂ ਇਕੱਠੀਆਂ ਕੀਤੀਆਂ ਤੇ ਉਹ ਵੇਚੀਆਂ ਤੇ ਮਿਹਨਤ ਸਾਰਾ ਦਿਨ ਬੜੀ ਕੀਤੀ, ਪਰ ਫਲ ਮਿਹਨਤਾਨਾ ਬਹੁਤ ਘੱਟ ਮਿਲਿਆ। ਦੂਜੇ ਪਾਸੇ ਇੱਕ ਦੇ ਕੋਲ ਪਰਚੂਨ ਦੀ ਦੁਕਾਨ ਹੈ, ਕਰਿਆਨੇ ਦੀ। ਉਹ ਆਪਣੀ ਗੱਦੀ ਤੇ ਬੈਠਾ, ਨੌਕਰ ਚਾਕਰ ਵੀ ਹੈਨ,
ਗਾਹਕ ਆਉਂਦਾ, ਉਹ ਬੈਠਾ ਬੈਠਾ ਗੱਦੀ ਦੇ ਉੱਤੇ, ਆਪਣੀ ਸੀਟ ਦੇ ਉੱਤੇ ਬੈਠਾ ਤੋਲ ਕੇ ਦਿੰਦਾ ਹੈ। ਉਸ ਲੱਕੜਹਾਰੇ ਨਾਲੋਂ ਕਈ ਗੁਣਾ ਮਿਹਨਤ ਉਹਦੀ ਘੱਟ ਹੈ, ਪਰ ਫਲ ਅਧਿਕ ਹੈ। ਉਹਦੇ ਨਾਲੋਂ ਕਮਾਈ ਜ਼ਿਆਦੀ ਕਰਦਾ। ਤੀਜਾ ਹੀਰਿਆਂ ਦਾ ਵਪਾਰੀ ਹੈ, ਉਹਨੂੰ ਕਈ ਮਿਹਨਤ ਬਹੁਤ ਘੱਟ ਕਰਨੀ ਪੈਂਦੀ ਹੈ। ਉਹ ਤਾਂ ਬੈਠਾ ਹੀ ਹੈ ਇੱਕ ਜਗ੍ਹਾ ਤੇ, ਹੱਥ ਵਿੱਚ ਹੀਰਾ ਆਇਆ, ਵੇਖ ਕੇ ਉਹਦਾ ਮੁੱਲ ਪਾਉਂਦਾ, ਖਰੀਦਦਾ, ਵੇਚਦਾ। ਉਸ ਹੀਰਿਆਂ ਦੇ ਵਪਾਰੀ ਕੋਲ ਮਿਹਨਤ ਥੋੜੀ ਹੈ, ਪਰ ਫਲ ਬਹੁਤ ਜ਼ਿਆਦਾ ਹੈ। ਸਰੀਰਕ ਘਾਲਣਾ ਦੀ ਗੱਲ ਹੋ ਰਹੀ ਹੈ, ਪਰ ਸੁਰਤੀ ਕਰਕੇ ਲੱਕੜਹਾਰੇ ਦੀ ਜਿਹੜੀ ਸੁਰਤ ਹੈ ਉਹ ਸਥੂਲ ਹੋਵੇਗੀ। ਉਹਦੇ ਨਾਲੋਂ ਵੱਧ ਪੜ੍ਹਿਆ ਲਿਖਿਆ ਜਾਂ ਥੋੜੀ ਜੀ ਸੂਖਸ਼ਮ ਬੁੱਧੀ ਉਸ ਦੁਕਾਨਦਾਰ ਦੀ ਹੋਵੇਗੀ, ਔਰ ਹੀਰਿਆਂ ਦਾ ਵਪਾਰ ਕਰਨ ਵਾਲੇ ਦੀ ਹੋਰ ਜ਼ਿਆਦਾ ਸੂਖਸ਼ਮ ਹੋਵੇਗੀ। ਪਰ ਸਰੀਰਕ ਤੌਰ ਤੇ ਤਿੰਨਾਂ ਦਾ ਮਿਹਨਤ ਦਾ ਫਰਕ ਹੈ। ਤਮੋ ਗੁਣੀ ਤਪ, ਜਦੋਂ ਪੁੱਠੇ ਲਟਕ ਕੇ ਤਪ ਕਰਨਾ, ਜਲ ਧਾਰਾ ਕਰਨੀ, ਅਗਨੀ ਵਿੱਚ ਧੂਣੀਆਂ ਤਾ ਕੇ ਤਪ ਕਰਨਾ, ਭੁੱਖਿਆਂ ਰਹਿ ਕੇ ਤਪ ਕਰਨਾ, ਮਿਹਨਤ ਬਹੁਤ ਹੈ ਲੱਕੜਹਾਰੇ ਵਾਂਗੂ, ਪ੍ਰਾਪਤੀ ਕੇਵਲ ਕੋਈ ਰਿੱਧੀ ਸਿੱਧੀ ਹੋ ਜਾਏਗੀ। ਦੂਸਰਾ ਰਜੋਗੁਣੀ ਤਪ ਹੈ, ਦਾਨ ਕਰਨਾ, ਯੱਗ ਕਰਨੇ, ਪੂਜਾ ਹਵਨ ਕਰਨੀ, ਤੀਰਥਾਂ ਦਾ ਰਟਨ ਕਰਨਾ, ਇਸ਼ਨਾਨ ਕਰਨਾ। ਉਹਦੇ ਨਾਲੋਂ ਤਾਂ ਮਿਹਨਤ ਘੱਟ ਹੈ, ਪਰ ਫਲ ਵੱਧ ਹੈ, ਅੰਤਸ਼ਕਰਨ ਸ਼ੁੱਧ ਹੋ ਜਾਏਗਾ। ਪਰ ਸੰਗਤ ਵਿੱਚ ਬੈਠ ਕੇ ਨਾਮ ਜਪਣਾ, ਕਥਾ ਸੁਣਨੀ, ਕੀਰਤਨ ਸੁਣਨਾ, ਇਹ ਹੀਰਿਆਂ ਦਾ ਵਪਾਰ ਹੈ। ਮਿਹਨਤ ਥੋੜੀ ਹੈ, ਪਰ ਫਲ ਬਹੁਤ ਜ਼ਿਆਦਾ ਹੈ। ਇਹ ਸਤੋਗੁਣੀ ਤਪ ਹੈ ਖਾਲਸਾ ਜੀ, ਜੋ ਆਪ ਜੀ ਬਹਿ ਕੇ ਕਰ ਰਹੇ ਹੋ। ਕਥਾ ਸੁਣਨੀ, ਕੀਰਤਨ ਸੁਣਨਾ, ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਨਾ, ਗੁਰਬਾਣੀ ਪੜ੍ਹਨੀ, ਸਿਮਰਨ ਕਰਨਾ, ਇਹ ਸਾਤਵਿਕ ਤਪ ਹੈ। ਪਾਤਸ਼ਾਹ ਕਹਿੰਦੇ ਇਹੀ ਸਾਡੇ ਲਈ ਸਭ ਤੋਂ ਵੱਡਾ ਤਪ ਹੈ। ਇਹੀ ਨਾਮ ਦਾ ਜਾਪ ਸਾਡੇ ਲਈ ਸਭ ਤੋਂ ਵੱਡਾ ਜਪ ਹੈ। ਇਸ ਕਰਕੇ ਕਹਿੰਦੇ ਆ ਗੁਰਸਿੱਖੋ, ਜਪ ਤੇ ਤਪ ਦਾ ਬੇੜਾ ਬੰਨ ਲਓ। ਜਿਤ ਲੰਘੈ ਵਹੇਲਾ, ਜਿਸ ਬੇੜੇ ਦੇ ਨਾਲ ਤੁਸੀਂ ਬੜੇ ਸੌਖੇ ਢੰਗ ਨਾਲ ਇਹ ਸੰਸਾਰ ਰੂਪੀ ਸਮੁੰਦਰ ਤੋਂ ਲੰਘ ਜਾਓਗੇ। ਵਹੇਲਾ ਕਹਿੰਦੇ ਨੇ ਸੁਖੀ, ਸੁਖਾਲੇ ਢੰਗ ਨਾਲ। ਜਦੋਂ ਬੇੜਾ ਹੋਵੇਗਾ ਤਾਂ ਉਸ ਬੇੜੇ ਤੇ ਸਵਾਰ ਹੋ ਕੇ ਤੁਸੀਂ ਇਹ ਸੰਸਾਰ ਰੂਪੀ ਸਮੁੰਦਰ ਤੋਂ, ਸੰਸਾਰ ਰੂਪੀ ਇਸ ਦਰਿਆ ਤੋਂ, ਜਿਹਦੇ 'ਚ ਛੱਲਾਂ ਵਗਦੀਆਂ ਨੇ, ਬੜੇ ਸੌਖੇ ਢੰਗ ਨਾਲ ਪਾਰ ਲੰਘ ਜਾਓਗੇ, ਪਾਰ ਉਤਰ ਜਾਓਗੇ, ਜੇ ਤੁਹਾਡੇ ਕੋਲ ਜਪ ਤਪ ਦਾ ਬੇੜਾ ਹੋਵੇਗਾ। ਉਹਰੇ ਜਪ ਤਪ ਦਾ ਬੇੜਾ ਜੇ ਤੁਸੀਂ ਆਪਣੇ ਕੋਲ ਬਣਾ ਕੇ ਰੱਖ ਲਿਆ, ਇਹਦੇ ਤੇ ਸਵਾਰ ਹੋ ਗਏ ਹੋ, ਤੇ ਇਤਨੇ ਸੁਖਾਲੇ ਹੋ ਕੇ ਤੁਸੀਂ ਇਹ ਸੰਸਾਰ ਸਮੁੰਦਰ ਤੋਂ ਪਾਰ ਉਤਰੋਗੇ। ਨਾ ਸਰਵਰ ਨਾ ਉਛਲੈ, ਐਸਾ ਪੰਥ ਸੁਹੇਲਾ। ਕਹਿੰਦੇ ਸੰਸਾਰ ਰੂਪੀ ਜਿਹੜਾ ਇਹ ਸਰਵਰ ਸਰੋਵਰ ਹੈ, ਇਹਦੇ ਵਿੱਚ ਫਿਰ ਕਾਮ ਆਦਿਕ ਵਿਕਾਰਾਂ ਦੀਆਂ ਲਹਿਰਾਂ ਨਹੀਂ ਉਛਲਣਗੀਆਂ, ਇਹ ਤੁਹਾਡੇ ਤੇ ਭਾਰ ਨਹੀਂ ਪਾਉਣਗੀਆਂ ਜੇ ਤੁਹਾਡੇ ਕੋਲ ਬੇੜਾ ਹੋਵੇਗਾ। ਸੰਸਾਰ ਰੂਪੀ ਜਿਹੜਾ ਇਹ ਤਲਾਬ ਹੈ, ਇਹਦੇ 'ਚ ਕਾਮ ਕ੍ਰੋਧ ਆਦਿਕ ਵਿਕਾਰਾਂ ਦੀਆਂ ਛੱਲਾਂ ਉਛਲਦੀਆਂ ਨੇ। ਬੇੜਾ ਨਾ ਹੋਵੇ ਤੇ ਛੱਲਾਂ ਰੋੜ ਕੇ ਲੈ ਜਾਂਦੀਆਂ, ਆਪਣੇ ਵਿੱਚ ਵਹਾ ਕੇ ਲੈ ਜਾਂਦੀਆਂ। ਪਰ ਜੇ ਤੁਹਾਡੇ ਕੋਲ ਪਰਮੇਸ਼ਰ ਦੇ ਨਾਮ ਧਨ ਦਾ ਬੇੜਾ ਹੈ, ਤੇ ਫਿਰ ਇਹ ਛੱਲਾਂ ਤੁਹਾਡਾ ਕੱਖ ਨਹੀਂ ਵਿਗਾੜ ਸਕਦੀਆਂ। ਫਿਰ ਇਹ ਤੁਹਾਡੇ ਤੇ ਪ੍ਰਭਾਵ ਨਹੀਂ ਪਾ ਸਕਦੇ। ਕਾਮ ਕ੍ਰੋਧ ਆਦਿਕ ਜਿਤਨੇ ਵੀ ਵਿਕਾਰ ਨੇ, ਤੁਸੀਂ ਇਹਨਾਂ ਛੱਲਾਂ ਦੇ ਅਧੀਨ ਨਹੀਂ ਹੋਵੋਗੇ। ਤੇ ਪਾਤਸ਼ਾਹ ਕਹਿੰਦੇ ਬੜੇ ਸੁਖੈਨ ਢੰਗ ਨਾਲ ਤੁਹਾਡਾ ਰਸਤਾ ਜਿਹੜਾ ਉਹ ਸੁਖਾਲਾ ਹੋ ਜਾਏਗਾ। ਤੁਹਾਡਾ ਅੱਗੇ ਦਾ ਜਿਹੜਾ ਰਾਹ ਹੈ
ਉਹ ਸੁਖਾਲਾ। ਐਸਾ ਪੰਥ ਸੁਹੇਲਾ, ਇਹ ਪੰਥ ਇਹੋ ਜਿਹਾ ਸੁਖੀ ਹੈ, ਸੁਹੇਲਾ ਸੁਖਦਾਇਕ ਹੈ। ਇਹ ਰਸਤਾ ਐਸਾ ਸੁਖਦਾਇਕ ਹੈ। ਬਾਕੀ ਜਿਹੜੇ ਰਾਹ ਸੀ ਰੱਬ ਦੇ ਘਰ ਨੂੰ ਜਾਣ ਲਈ ਬੜੇ ਬੜੇ ਔਖੇ ਰਾਹ ਸਨ, ਪਰ ਇਹ ਬੜਾ ਸੁਖਾਲਾ ਰਾਹ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਅਸੀਂ ਤੁਹਾਨੂੰ ਦਿੱਤਾ। ਜਪ ਤਪ ਦਾ ਬੇੜਾ ਬੰਨ ਲਓ, ਤਿਆਰ ਕਰ ਲਓ, ਇਸ ਰਸਤੇ ਤੇ ਚੱਲਿਆ ਤੁਸੀਂ ਸੁਖਾਲੇ ਹੀ ਪਾਰ ਬ੍ਰਹਮ ਪਰਮੇਸ਼ਰ ਵਿੱਚ ਜਾ ਕੇ ਇੱਕਮਿਕ ਹੋ ਜਾਓਗੇ। ਇਹ ਵਿਕਾਰ ਤੁਹਾਡੇ ਤੇ ਉਛਲ ਕੇ ਛੱਲਾ ਮਾਰ ਕੇ ਤੁਹਾਨੂੰ ਆਪਣੇ ਅਧੀਨ ਨਹੀਂ ਕਰ ਸਕਣਗੇ। ਜੇ ਤੁਸਾਂ ਨੇ ਨਾਮ ਦਾ ਜਾਪ ਜਪਿਆ, ਨਾਮ ਦੀ ਕਮਾਈ ਕੀਤੀ ਆ, ਨਾਮ ਦੇ ਬੇੜੇ ਤੇ ਸਵਾਰ ਹੋਏ ਹੋ, ਤੇ ਫਿਰ ਤੁਹਾਡਾ ਰਸਤਾ ਸੁਖਾਲਾ ਹੋਵੇਗਾ। ਤੇਰਾ ਏਕੋ ਨਾਮ ਮੰਜਿਠੜਾ, ਰਤਾ ਮੇਰਾ ਚੋਲਾ, ਸਦ ਰੰਗ ਢੋਲਾ। ਵੇ ਢੋਲਾ, ਢੋਲਾ ਕਹਿੰਦੇ ਆ ਮਿੱਤਰ ਨੂੰ। ਵੇ ਢੋਲਿਆ, ਵੇ ਮਿੱਤਰਾ, ਢੋਲਾ ਪਿਆਰੇ ਮਿੱਤਰ ਨੂੰ ਕਹਿੰਦੇ ਆ। ਵੇ ਮੇਰੇ ਪਿਆਰਿਆ ਮਿੱਤਰਾ, ਤੇਰਾ ਜਿਹੜਾ ਇੱਕ ਨਾਮ ਹੈ ਨਾ, ਉਹੀ ਮਜੀਠਾ ਰੰਗ ਆ, ਗੂੜਾ ਰੰਗ ਹੈ, ਜਿਹੜਾ ਸਦਾ ਪਿਆਰ ਦੇ ਰੰਗ ਵਾਲਾ ਰੰਗ ਹੈ। ਹੇ ਮੇਰੇ ਮਿੱਤਰ, ਤੇਰੇ ਉਸ ਨਾਮ ਦੇ ਮਜੀਠੇ ਰੰਗ ਵਿੱਚ ਮੇਰਾ ਅੰਤਸ਼ਕਰਨ ਰੂਪੀ ਚੋਲਾ ਰੰਗਿਆ ਗਿਆ। ਤੇਰਾ ਏਕੋ ਨਾਮ ਮਜੀਠੜਾ, ਤੇਰਾ ਏਕੋ ਨਾਮ ਮਜੀਠੜਾ। ਤੇਰਾ ਏਕੋ ਨਾਮ ਮੰਜੀਠੜਾ, ਤੇਰਾ ਏਕੋ ਨਾਮ ਮੰਜੀਠੜਾ। ਤੇਰਾ ਏਕੋ ਨਾਮ ਮੰਜੀਠੜਾ, ਤੇਰਾ ਏਕੋ ਨਾਮ ਮੰਜੀਠੜਾ। ਏਕੋ ਨਾਮ ਮੰਜੀਠੜਾ, ਤੇਰਾ ਏਕੋ ਨਾਮ ਮੰਜੀਠੜਾ। ਰੱਤਾ ਮੇਰਾ ਚੋਲਾ, ਰੱਤਾ ਮੇਰਾ ਚੋਲਾ, ਰਤਾ ਮੇਰਾ ਚੋਲਾ, ਰਤਾ ਮੇਰਾ ਚੋਲਾ। ਸਦ ਰੰਗ ਢੋਲਾ, ਸਦ ਰੰਗ ਢੋਲਾ। ਸਦ ਰੰਗ ਢੋਲਾ, ਸਦ ਰੰਗ ਢੋਲਾ। ਵੇ ਢੋਲਾ, ਵੇ ਮਿੱਤਰਾ, ਤੇਰਾ ਰੰਗ ਬੜਾ ਪਿਆਰਾ, ਸਦਾ ਰੰਗ ਪ੍ਰੇਮ ਦੇ ਵਿੱਚ, ਉਹਦੇ ਰੰਗ ਵਿੱਚ ਮੇਰਾ ਇਹ ਅੰਤਸ਼ਕਰਨ ਦਾ ਚੋਲਾ ਪਰਮੇਸ਼ਰ ਦੇ ਨਾਮ ਰੂਪੀ ਮਜੀਠੇ ਰੰਗ ਵਿੱਚ ਰੰਗਿਆ ਗਿਆ ਹੈ। ਰਹਾਉ ਸਾਜਨ ਚੱਲੇ ਪਿਆਰਿਆ, ਕਿਉ ਮੇਲਾ ਹੋਏ। ਇਹ ਸੱਜਣਾ, ਜਦੋਂ ਇਹ ਸੰਸਾਰ ਵਿੱਚੋਂ ਜਾਣਾ ਤੇ ਜਿਨ੍ਹਾਂ ਨੂੰ ਤੂੰ ਕਹਿਣਾ ਵੀ ਇਹ ਮੇਰੇ ਨੇ, ਇਹਨਾਂ ਵਿੱਚੋਂ ਫਿਰ ਤੇਰਾ ਕਿਸੇ ਨਾਲ ਵੀ ਮੇਲਾ ਨਹੀਂ ਹੋਣਾ। ਦੱਸ ਇਹਨਾਂ ਨਾਲ ਕਿਵੇਂ ਤੇਰਾ ਮੇਲਾ ਹੋਵੇਗਾ, ਕਿਵੇਂ ਤੇਰਾ ਮਿਲਾਪ ਹੋਵੇਗਾ। ਇਸ ਤਰ੍ਹਾਂ ਵੀ ਕਹਿੰਦੇ ਆ ਕਿ ਜੇ ਤੇਰਾ ਉਸ ਵਾਹਿਗੁਰੂ ਨਾਲ ਮਿਲਾਪ ਹੋ ਹੀ ਗਿਆ, ਉਹ ਸੱਜਣ ਬਣ ਕੇ ਤੇਰੇ ਨਾਲ ਟੋਰੀ ਪਿਆ, ਤੇ ਜਿਹੜਾ ਨਾਲ ਟੁਰਿਆ ਹੋਇਆ ਉਹਦੇ ਨਾਲ ਫਿਰ ਮੇਲ ਕਿਵੇਂ ਹੋਇਆ? ਉਹ ਤਾਂ ਮਿਲਿਆ ਹੀ ਹੋਇਆ, ਪਹਿਲਾਂ ਹੀ ਮਿਲਿਆ ਹੋਇਆ। ਸੱਜਣਾ, ਜਦੋਂ ਤੂੰ ਇਹ ਸੰਸਾਰ ਤੋਂ ਚੱਲਣਾ, ਤੇਰਾ ਫਿਰ ਕਿਵੇਂ ਮਿਲਾਪ ਹੋਣਾ ਉਸ ਨਾਲ? ਜੇ ਗੁਣ ਹੋਵੈ ਗੰਠੜੀਐ, ਮੇਲੇਗਾ ਸੋਏ। ਸਵਾਲ ਸੀ ਕਿਵੇਂ ਮੇਲਾ ਹੋਵੇਗਾ ਤੇਰਾ ਫਿਰ ਉਸ ਨਾਲ? ਉਹ ਕਹਿੰਦੇ ਤੇਰੀ ਗੰਢ ਖੋਲੀ ਜਾਏਗੀ ਅੰਤਸ਼ਕਰਨ ਦੀ। ਜਦੋਂ ਤੇਰੇ ਅੰਤਸ਼ਕਰਨ ਦੀ ਗੰਢ ਖੋਲੀ ਜਾਏਗੀ ਤੇ ਵੇਖਿਆ ਜਾਏਗਾ ਵੀ ਇਹਦੇ 'ਚ ਗੁਣ ਹਨ। ਜੇ ਸ਼ੁਭ ਗੁਣ ਹੋਏ ਤੇਰੀ ਗੰਢ ਦੇ ਵਿੱਚ, ਅੰਤਸ਼ਕਰਨ ਦੀ ਗੰਢ ਵਿੱਚ, ਪੰਡ ਦੇ ਵਿੱਚ, ਜਿਹੜੀ ਤੂੰ ਲੈ ਕੇ ਜਾਣੀ ਆ ਨਾਲ, ਤੇ ਫਿਰ ਤਾਂ ਉਹ ਤੈਨੂੰ ਆਪਣੇ ਨਾਲ ਮੇਲ ਲਏਗਾ ਵੀ ਆ ਜਾ ਭਾਈ,
ਇਸ ਕਰਕੇ ਭਾਈ ਗੁਣਾਂ ਨੂੰ ਇਕੱਤਰ ਕਰੀਏ। ਸਾਹਿਬ ਕਹਿੰਦੇ ਜੇ ਗੁਣ ਹੋਵਨ ਸਾਜ ਨਾ ਮਿਲ ਸਾਂਝ ਕਰੀਜੈ, ਉਹ ਨਿਭਣਿਆ ਨਾਲ। ਔਗਣਾਂ ਦੀ ਗੰਢ ਤਾਂ ਪਹਿਲਾਂ ਹੀ ਬੜੀ ਵੱਡੀ ਬੰਨੀ ਬੈਠੇ ਆ। ਉਹਨਾਂ ਔਗਣਾਂ ਨੂੰ ਇਸ ਗੰਢ ਦੇ ਵਿੱਚੋਂ ਬਿਖੇਰਦੇ ਚਲੇ ਜਾਈਏ, ਕੱਢਦੇ ਚਲੇ ਜਾਈਏ ਤੇ ਗੁਣ ਇਕੱਤਰ ਕਰਦੇ ਚਲੇ ਜਾਈਏ। ਜੇ ਤੇਰੇ ਅੰਤःਕਰਨ ਦੀ ਗੰਢ ਦੇ ਵਿੱਚ ਸੱਜਣਾ ਗੁਣ ਹੋਣਗੇ ਤਾਂ ਫਿਰ ਉਹ ਤੈਨੂੰ ਆਪਣੇ ਨਾਲ ਮੇਲ ਲਵੇਗਾ। ਮਿਲਿਆ ਹੋਏ ਨ ਵਿਛੜੈ, ਜੇ ਮਿਲਿਆ ਹੋਏ। ਜਿਹੜਾ ਉਹਦੇ ਨਾਲ ਮਿਲ ਜਾਂਦਾ ਹੈ ਫਿਰ ਉਹ ਵਿਛੜਦਾ ਨਹੀਂ ਉਹਦੇ ਤੋਂ। ਬਾਤ ਸ਼ਰਤ ਹੈ ਜੇ ਮਿਲਿਆ ਹੋਵੇ, ਗੱਲਾਂ ਨਾਲ ਹੀ ਨਾ ਮਿਲਿਆ ਹੋਵੇ ਵੀ ਮੈਂ ਤਾਂ ਰੱਬ ਨੂੰ ਮਿਲਿਆ ਹੋਇਆ 100 ਸੁਹਾਗਣ ਵਾਂਗੂ। ਜੇ ਮਿਲਿਆ ਹੋਇਆ ਹੈ ਤੇ ਫਿਰ ਉਹਦੇ ਨਾਲ ਮਿਲਿਆ ਹੋਇਆ ਫਿਰ ਕਦੇ ਉਹਦੇ ਤੋਂ ਵਿਛੜਦਾ ਨਹੀਂ। ਹਾਂਜੀ, ਆਵਾ ਗੌਣ ਨਿਵਾਰਿਆ ਹੈ ਸਾਚਾ ਸੋਈ। ਉਹੀ ਸੱਚਾ ਸੋਈ ਵਾਹਿਗੁਰੂ ਪਰਮੇਸ਼ਰ ਹੈ ਜਿਸ ਨੇ ਇਸ ਜੀਵ ਦਾ ਆਵਾ ਗੌਣ ਨਿਵਾਰ ਦਿੱਤਾ, ਨਿਰਵਿਰਤ ਕਰ ਦਿੱਤਾ। ਉਸੇ ਸੱਚੇ ਰੱਬ ਨੇ ਜਿਸ ਨੇ ਇਹਨੂੰ ਆਪਣੇ ਨਾਲ ਮਿਲਾ ਲਿਆ, ਹੁਣ ਇਹਦਾ ਆਵਾ ਤੇ ਗੌਣ ਨਿਵਾਰ ਦਿੱਤਾ ਹੈ। ਹਉਮੈ ਮਾਰ ਨਿਵਾਰਿਆ ਸੀਤਾ ਹੈ ਚੋਲਾ। ਜਿਨ੍ਹਾਂ ਨੇ ਹਉਮੈ ਨੂੰ ਮਾਰ ਕੇ ਆਪਣੇ ਹਿਰਦੇ ਚੋਂ ਨਿਵਾਰ ਦਿੱਤਾ, ਦੂਰ ਕਰ ਦਿੱਤਾ। ਸੀਤਾ ਹੈ ਚੋਲਾ, ਸ਼ੁਭ ਗੁਣਾਂ ਨਾਲ ਆਪਣੇ ਅੰਤਸ਼ਕਰਨ ਦੇ ਚੋਲੇ ਨੂੰ ਮਿਲਾ ਲਿਆ। ਸੀਤਾ ਮਤਲਬ ਮਿਲਾ ਲਿਆ। ਪਾਟੇ ਹੋਏ ਨੂੰ ਸੀਤਾ ਜਾਂਦਾ ਨਾ, ਮਿਲਾਣ ਦਾ ਮਤਲਬ ਹੁੰਦਾ ਸੀਤਾ। ਸ਼ੁਭ ਗੁਣਾਂ ਦੇ ਨਾਲ ਉਹਨਾਂ ਦਾ ਅੰਤਸ਼ਕਰਨ ਸੀਤਾ ਗਿਆ, ਜਿਨ੍ਹਾਂ ਨੇ ਆਪਣੇ ਹਿਰਦੇ ਚੋਂ ਹਉਮੈ ਨੂੰ ਮਾਰ ਕੇ ਨਿਵਾਰ ਦਿੱਤਾ ਹੈ। ਗੁਰ ਬਚਨੇ ਫਲ ਪਾਇਆ ਸਹਿ ਕੇ ਅੰਮ੍ਰਿਤ ਬੋਲਾ। ਗੁਰੂ ਪਾਤਸ਼ਾਹ ਦੇ ਜਿਹੜੇ ਪਾਵਨ ਬਚਨ ਨੇ, ਉਹਨਾਂ ਬਚਨਾਂ ਨਾਲ ਗਿਆਨ ਰੂਪੀ ਫਲ ਪ੍ਰਾਪਤ ਹੁੰਦਾ। ਗੁਰ ਬਚਨੀ ਫਲ ਪਾਇਆ। ਆ ਜਿਹੜੇ ਬਚਨ ਗੁਰੂ ਸਾਹਿਬ ਦੀ ਬਾਣੀ ਦੇ ਆਪ ਜੀ ਸੁਣ ਰਹੇ ਹੋ, ਇਹਨਾਂ ਦਾ ਕੀ ਮਹਾਤਮ ਹੈ। ਇਹਨਾਂ ਗੁਰੂ ਕੇ ਬਚਨਾਂ ਦੁਆਰਾ ਗਿਆਨ ਰੂਪੀ ਫਲ ਪ੍ਰਾਪਤ ਹੁੰਦਾ ਹੈ। ਔਰ ਸਾਡੇ ਸਹਿ ਦੇ, ਸਹਿ ਨਾਮ ਹੁੰਦਾ ਪਤੀ ਦਾ। ਸਾਡੇ ਪਤੀ ਪਰਮੇਸ਼ਵਰ ਗੁਰੂ ਦੇ ਜਿਹੜੇ ਬੋਲ ਨੇ ਉਹ ਅੰਮ੍ਰਿਤ ਬੋਲ ਨੇ। ਸਹਿ ਕੇ ਅੰਮ੍ਰਿਤ ਬੋਲਾ। ਸਾਡੇ ਸਹੁ ਦੇ ਜਿਹੜੇ ਬੋਲ ਨੇ ਮੁਰਦਿਆਂ ਨੂੰ ਜੀਵਨ ਦਾਨ ਦੇਣ ਵਾਲੇ ਅੰਮ੍ਰਿਤ ਬੋਲ ਨੇ। ਸਤਿਗੁਰੂ ਜੀ ਦੀ ਬਾਣੀ ਅੰਮ੍ਰਿਤ ਹੈ। ਵਿੱਚ ਬਾਣੀ ਅੰਮ੍ਰਿਤ ਸਾਰ, ਵਿੱਚ ਬਾਣੀ ਅੰਮ੍ਰਿਤ ਸਾਰੇ। ਵਿੱਚ ਬਾਣੀ ਅੰਮ੍ਰਿਤ ਸਾਰੇ, ਵਿੱਚ ਬਾਣੀ ਅੰਮ੍ਰਿਤ ਸਾਰੇ। ਵਿੱਚ ਬਾਣੀ ਅੰਮ੍ਰਿਤ ਸਾਰੇ, ਵਿੱਚ ਬਾਣੀ ਅੰਮ੍ਰਿਤ ਸਾਰੇ। ਬਾਣੀ ਅੰਮ੍ਰਿਤ ਸਾਰੇ, ਵਿੱਚ ਬਾਣੀ ਅੰਮ੍ਰਿਤ ਸਾਰੇ। ਸਹਿ ਕੇ ਅੰਮ੍ਰਿਤ ਬੋਲਾ। ਸਾਡੇ ਸਾਹਿਬ ਦੇ ਬੋਲ ਅੰਮ੍ਰਿਤ ਹਨ। ਨਾਨਕ ਕਹੈ ਸਹੇਲੀ ਹੋ ਸੋ ਖਰਾ ਪਿਆਰਾ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ, ਹੇ ਸਹੇਲਿਓ, ਹੇ ਸਖੀਓ, ਸਾਡਾ ਜਿਹੜਾ ਸਹੁ ਪਤੀ ਪ੍ਰਮਾਤਮਾ ਉਹ ਬੜਾ ਖਰਾ ਤੇ ਪਿਆਰਾ ਹੈ। ਖਰਾ ਵੀ ਹੈ ਤੇ ਪਿਆਰਾ ਵੀ ਹੈ। ਦੁਨੀਆ 'ਚ ਕਈ ਲੋਕਾਂ ਬਾਰੇ ਕਿਹਾ ਜਾਂਦਾ ਜੀ ਫਲਾਣਾ ਬੜਾ ਖਰਾ ਹੈ, ਤੇ ਫਿਰ ਨਾਲ ਕਹਿੰਦੇ ਖੋਟਾ ਹੈ। ਬੜਾ ਖਰਾ ਖੋਟਾ ਬੰਦਾ ਜੀ ਉਹ। ਪਰ ਪ੍ਰਮਾਤਮਾ ਖਰਾ ਵੀ ਹੈ ਤੇ ਉਹ ਪਿਆਰਾ ਵੀ ਹੈ। ਖਰਾ ਵੀ ਹੈ ਤੇ ਫਿਰ ਉਹ ਪਿਆਰਾ ਵੀ ਹੈ, ਪਿਆਰ ਕਰਨੇ ਵਾਲਾ ਹੈ। ਹਮ ਸਹਿ ਕੇਰਿਆ ਦਾਸਿਆ ਸਾਚਾ ਖਸਮ ਹਮਾਰਾ। ਪਾਤਸ਼ਾਹ ਕਹਿੰਦੇ ਅਸੀਂ ਉਸ ਸਹੁ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀਆਂ ਦਾਸੀਆਂ ਹਾਂ ਸਾਰੀਆਂ।
ਉਹ ਸਾਡਾ ਸੱਚਾ ਖਸਮ ਹੈ। ਅਸੀਂ ਉਹਦੀਆਂ ਦਾਸੀਆਂ ਹਾਂ, ਉਹ ਸਾਡਾ ਖਸਮ ਹੈ, ਸਾਡਾ ਸੁਆਮੀ ਹੈ, ਸਾਡਾ ਪਤੀ ਹੈ। ਇਹ ਆਪਣੇ ਹਿਰਦੇ 'ਚ ਜਾਣ ਲਈਏ। ਜੀਵ ਰੂਪੀ ਇਸਤਰੀ ਬਣ ਕੇ ਉਸ ਪਤੀ ਪਾਰ ਬ੍ਰਹਮ ਪਰਮੇਸ਼ਰ ਦੇ ਚਰਨਾਂ ਵਿੱਚ ਆਪਣਾ ਆਪ ਸਮਰਪਣ ਕਰਨਾ ਹੈ ਕਿ ਅਸੀਂ ਉਹਦੇ ਚਰਨਾਂ ਵਿੱਚ ਸਮਰਪਿਤ ਹਾਂ। ਸੋਹੇ ਮਹੱਲਾ ਪਹਿਲਾ, ਜਿਨ ਕੋ ਭਾਂਡੈ ਭਾਉ ਤਿਨ ਸਵਾਰ ਸੇ। ਰਾਗ ਸੂਹੀ ਹੈ। ਪਹਿਲੇ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਸ਼ਬਦ, ਜਿਨ ਕੋ ਭਾਂਡਾ ਭਾਉ। ਮਹਾਰਾਜ ਜੀ ਕਹਿੰਦੇ ਜਿਸ ਦੇ ਅੰਤਸ਼ਕਰਨ ਰੂਪੀ ਭਾਂਡੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਭਾਉ ਡਰ ਹੈ ਜਾਂ ਪ੍ਰੇਮ ਹੈ, ਜਿਨ੍ਹਾਂ ਦੇ ਅੰਤःਕਰਨ ਵਿੱਚ ਪਰਮੇਸ਼ਰ ਦਾ ਭਾਉ ਪ੍ਰੇਮ ਹੈ, ਜਿਹੜੇ ਆਪਣੇ ਹਿਰਦੇ 'ਚ ਸਾਹਿਬ ਦੀ ਪ੍ਰੀਤ ਰੱਖਦੇ ਨੇ, ਤਿਨਾ ਸਵਾਰ ਸੀ। ਉਹਨਾਂ ਨੂੰ ਸਾਹਿਬ ਜੀ ਆਪ ਸ਼ੁਭ ਗੁਣਾਂ ਨਾਲ ਆਪਣੇ ਹੱਥੀਂ ਸਵਾਰਦੇ ਐ, ਉਹਨਾਂ ਨੂੰ ਸ਼ੁਭ ਗੁਣਾਂ ਦੇ ਸਹਿਤ ਸੰਪੰਨ ਕਰਦੇ ਹਨ। ਜਿਨ੍ਹਾਂ ਦੇ ਅੰਤःਕਰਨ 'ਚ ਪਰਮੇਸ਼ਰ ਦਾ ਪ੍ਰੇਮ ਹੈ, ਉਹਨਾਂ ਨੂੰ ਪਰਮਾਤਮਾ ਆਪ ਖੁਦ ਆਪਣੇ ਹੱਥੀਂ ਸਵਾਰਦਾ ਸ਼ੁਭ ਗੁਣਾਂ ਦੇ ਸਹਿਤ। ਹਾਂਜੀ। ਸੂਖੇ ਕਰੈ ਪਸਾਉ ਦੁਖ ਬਸਾਰ ਸੇ। ਇੱਥੇ ਹੀ ਬਸ ਨਹੀਂ, ਫਿਰ ਜਿਨ੍ਹਾਂ ਦੇ ਹਿਰਦੇ 'ਚ ਪਰਮੇਸ਼ਰ ਦਾ ਪ੍ਰੇਮ ਹੈ, ਉਹਨਾਂ ਦੇ ਸੁੱਖਾਂ ਦਾ ਪਸਾਰਾ ਕਰਦਾ, ਉਹਨਾਂ ਦੇ ਸੁੱਖਾਂ ਵਿੱਚ ਵਾਧਾ ਕਰਦਾ ਵਾਹਿਗੁਰੂ। ਔਰ ਜਿੱਥੇ ਸੁੱਖਾਂ ਵਿੱਚ ਵਾਧਾ ਕਰਦਾ, ਉਹਨਾਂ ਦੇ ਜਿਤਨੇ ਦੁੱਖ ਨੇ ਉਹਨਾਂ ਨੂੰ ਦੂਰ ਕਰ ਦਿੰਦਾ। ਵਿਸਾਰ ਸੀ, ਦੁੱਖਾਂ ਨੂੰ ਵਿਸਾਰ ਦਿੰਦਾ, ਉਹਨਾਂ ਦੇ ਹਿਰਦੇ 'ਚ ਦੁੱਖ ਦੂਰ ਕਰਦਾ ਔਰ ਉਹਨਾਂ ਦੇ ਹਿਰਦਿਆਂ ਵਿੱਚ ਸੁੱਖ ਦਾ ਪਸਾਰਾ ਕਰਦਾ, ਸੁੱਖ ਦਾ ਪਸਾਓ ਕਰਦਾ। ਸੁੱਖ ਵਧਣਗੇ, ਦੁੱਖ ਘਟਣਗੇ, ਸੁਭਾਵਕ ਹੈ। ਸਾਹਿਬ ਜੀ ਜਦੋਂ ਆਪਣਿਆਂ ਸੇਵਕਾਂ ਦੇ ਹਿਰਦਿਆਂ ਵਿੱਚ ਸੁੱਖ ਦਾ ਪਸਾਰਾ ਕਰਦੇ ਨੇ, ਫਿਰ ਉਹਨਾਂ ਦੇ ਹਿਰਦਿਆਂ 'ਚੋਂ ਦੁੱਖ ਵਿਸਰਦਾ ਹੈ। ਸਹਸਾ ਮੂਲੇ ਨਾ ਹੈ ਸਰ ਪਰ ਤਾਰ ਸੇ। ਕਹਿੰਦੇ ਭਾਈ ਇਹਦੇ 'ਚ ਰੰਚਕ ਭਰ ਮੂਲੋਂ ਹੀ ਸਹਿਸਾ ਨਾ ਕਰੋ, ਸ਼ੰਕਾ ਨਾ ਕਰੋ ਕਿ ਜੇ ਤੁਸੀਂ ਗੁਰੂ ਨਾਲ ਪ੍ਰੇਮ ਕਰਦੇ ਹੋ, ਆਪਣੇ ਸਾਹਿਬ ਨਾਲ ਪ੍ਰੇਮ ਕਰਦੇ ਹੋ, ਤੇ ਤੁਹਾਡੇ ਗੁਰੂ ਨੇ ਤੁਹਾਨੂੰ ਤਾਰਨਾ ਹੀ ਤਾਰਨਾ, ਇਹਦੇ ਵਿੱਚ ਕੋਈ ਸੰਸਾ ਨਾ ਕਰੋ। ਰੰਚਕ ਭਰ, ਸਰ ਪਰ, ਸਰ ਪਰ ਦਾ ਮਤਲਬ ਬਹੁਤ ਛੇਤੀ ਉਹਨੇ ਤੁਹਾਨੂੰ ਤਾਰਨਾ। ਅਵਸ਼, ਸਰ ਪਰ ਅਵਸ਼ ਤਾਰੇਗਾ ਉਹ। ਇਤਿਹਾਸ ਵਿੱਚ ਬਚਨ ਆਉਂਦਾ, ਗੁਰੂ ਕਲਗੀਧਰ ਸੁਆਮੀ ਕਹਿੰਦੇ, ਜੇ ਮੇਰੇ ਸਿੱਖ ਕੋਲੋਂ ਕੁਝ ਐਸੀ ਗਲਤੀ ਹੋ ਜਾਏ, ਮੇਰੇ ਤੋਂ ਬੇਮੁਖ ਹੋ ਜਾਏ, ਮੈਂ ਸੱਚਖੰਡ 'ਚ ਖਲੋਤਾ ਜੁਗਾਂ ਤਾਈਂ ਉਸ ਸਿੱਖ ਦੀ ਉਡੀਕ ਕਰਦਾ ਵੀ ਮੁੜ ਕੇ ਆਵੇਗਾ ਤੇ ਮੈਂ ਇਹਨੂੰ ਤਾਰਨਾ। ਵਿਦਾਵਾ ਇਸੇ ਕਰਕੇ ਕਮਰ ਕੱਸੇ 'ਚ ਰੱਖਿਆ, ਕੱਲ ਦਾ ਦਿਨ ਆਪਾਂ ਮਨਾਇਆ। ਪਾਤਸ਼ਾਹ ਜਾਣਦੇ ਸਨ ਜਿਹੜੇ ਵਿਦਾਵਾ ਲਿਖ ਕੇ ਦੇ ਕੇ ਚੱਲੇ ਨੇ ਆਉਣਗੇ, ਜਦੋਂ ਆਉਣਗੇ ਮੈਂ ਉਸੇ ਵੇਲੇ ਝੱਟ ਵਿਦਾਵਾ ਪਾੜ ਕੇ ਇਹਨਾਂ ਨੂੰ ਮੁਕਤ ਕਰ ਦਿਆਂਗਾ। ਕਹਿੰਦੇ ਇਹਦੇ ਵਿੱਚ ਗੁਰੂ ਪਾਤਸ਼ਾਹ ਉੱਤੇ ਤੁਸੀਂ ਰੰਚਕ ਭਰ ਵੀ ਸਹਿਸਾ ਨਾ ਰੱਖੋ, ਸ਼ੰਕਾ ਨਾ ਕਰੋ, ਖਬਰੇ ਗੁਰੂ ਤਾਰੇਗਾ ਕਿ ਨਹੀਂ, ਇਹ ਸੰਦੇਹ ਨਹੀਂ ਰੱਖਣਾ। ਕਹਿੰਦੇ ਇਹਦੇ ਵਿੱਚ ਮੂਲੋਂ ਹੀ ਕਦੇ ਸਹਿਸਾ ਨਾ ਕਰੋ। ਜੇ ਗੁਰੂ ਦੀ ਸ਼ਰਨ 'ਚ ਆਏ ਹੋ ਤੇ ਗੁਰੂ ਨੇ ਅਵਸ਼ ਤਾਰਨਾ ਹੀ ਤਾਰਨਾ ਹੈ। ਸਰ ਪਰ ਤਾਰ ਸੀ, ਉਹ ਅਵਸ਼ ਤਾਰਨੇ ਵਾਲੇ ਹਨ। ਤਿਨਾ ਮਿਲਿਆ ਗੁਰ ਆਏ ਜਿਨ ਕੋ ਲਿਖਿਆ। ਗੁਰੂ ਮਿਲਿਆ ਉਹਨਾਂ ਨੂੰ ਹੈ ਜਿਨ੍ਹਾਂ ਦੇ ਭਾਗਾਂ ਵਿੱਚ ਵਾਹਿਗੁਰੂ ਨੇ ਲਿਖ ਦਿੱਤਾ ਵੀ ਤੈਨੂੰ ਗੁਰੂ ਮਿਲਣਾ। ਜਿਨ੍ਹਾਂ ਦੇ ਨਹੀਂ ਲਿਖਿਆ ਭਾਗਾਂ 'ਚ, ਉਹਨਾਂ ਨੂੰ ਨਹੀਂ ਮਿਲਿਆ। ਉਹ ਗੁਰੂ ਘਰ 'ਚ ਰਹਿ ਕੇ ਵੀ ਪ੍ਰਿਥੀਏ ਵਰਗੇ, ਧੀਰਮਲ ਵਰਗੇ ਨਿਗੁਰੇ ਹੀ ਰਹੇ।
ਤੇ ਜਿਨ੍ਹਾਂ ਦੇ ਭਾਗਾਂ ਵਿੱਚ ਲਿਖਿਆ ਸੀ ਉਹਨਾਂ ਨੂੰ ਗੁਰੂ ਮਿਲ ਗਿਆ। ਹਾਂਜੀ, ਅੰਮ੍ਰਿਤ ਹਰ ਕਾ ਨਾਮ ਦੇਵੈ ਦਿਖਿਆ। ਮੇਰੇ ਸਾਹਿਬ ਨੇ ਸਾਨੂੰ ਅੰਮ੍ਰਿਤ ਨਾਮ ਦੀ ਦਾਤ ਦਿੱਤੀ। ਅੰਮ੍ਰਿਤ ਹਰ ਕਾ ਨਾਮ, ਵਾਹਿਗੁਰੂ ਦਾ ਅੰਮ੍ਰਿਤ ਨਾਮ ਦੇਵੈ ਦੀਖਿਆ, ਸਾਨੂੰ ਦਿਖਿਆ ਵਜੋਂ ਦਿੱਤਾ। ਦੀਖਿਆ ਦਾ ਮਤਲਬ ਦਕਸ਼ਣਾ ਵਜੋਂ। ਸਤਿਗੁਰੂ ਜੀ ਨੇ ਅੰਮ੍ਰਿਤ ਨਾਮ ਦੀ ਦਾਤ ਉਹ ਸਾਨੂੰ ਦਿਕਸ਼ਾ ਵਜੋਂ ਦਿੱਤੀ ਹੈ। ਸਿੱਖਾ, ਆ ਤੇਰੀ ਦਿਕਸ਼ਾ ਹੈ, ਇਸ ਦੇ ਆਸਰੇ ਨਾਲ ਜੁੜਿਆ ਰਹੀਂ, ਇਹਨੂੰ ਆਪਣੇ ਪੱਲੇ ਵਿੱਚ ਸਾਂਭ ਕੇ ਰੱਖੀ, ਕਦੇ ਇਹਨੂੰ ਆਪਣੇ ਤੋਂ ਦੂਰ ਨਾ ਕਰੀ। ਪਰਮੇਸ਼ਰ ਦੇ ਹਰੀ ਦੇ ਅੰਮ੍ਰਿਤ ਨਾਮ ਦੀ ਦਿਖਿਆ ਉਹ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਹੈ। ਚੱਲ ਹੈ ਸਤਿਗੁਰ ਭਾਏ, ਭਾਵ ਹੈ ਨ ਭਿਖਿਆ। ਜਿਹੜੇ ਸਤਿਗੁਰਾਂ ਦੇ ਭਾਣੇ 'ਚ ਚੱਲਦੇ ਨੇ ਉਹਨਾਂ ਨੂੰ ਦਰ ਦਰ ਤੇ ਜਾ ਕੇ ਭੀਖ ਨਹੀਂ ਮੰਗਣੀ ਪੈਂਦੀ। ਭਵਹਿ ਨਾ ਭੀਖਿਆ, ਉਹ ਮੁੜ ਕੇ ਭੀਖ ਨਹੀਂ, ਕਿਤੇ ਦੂਜੇ ਥਾਂ ਤੇ ਭਿਖਿਆ ਮੰਗਣ ਨਹੀਂ ਜਾਂਦੇ। ਮਹਾਰਾਜ ਜਿਹੜੇ ਤੁਹਾਡੇ ਭਾਣੇ 'ਚ ਚੱਲਦੇ ਉਹਨਾਂ ਨੂੰ ਲੋੜ ਹੀ ਨਹੀਂ ਰਹਿ ਜਾਂਦੀ ਮੰਗਣ ਦੀ। ਹੇ ਸਾਹਿਬ, ਤੇਰੇ ਦਰ ਦੇ ਉੱਤੇ ਬੈਠੇ ਤੇਰੇ ਸੇਵਕ, ਉਹ ਵੀ ਮੈਂ ਲੋਕਾਂ ਨੂੰ ਬਾਦਸ਼ਾਹੀਆਂ ਦਿੰਦੇ ਵੇਖੇ ਨੇ। ਜੇ ਤੇਰੇ ਦਰ ਤੇ ਬੈਠੇ ਤੇਰੇ ਦਰ ਦੇ ਮੰਗਤੇ ਦੁਨੀਆ ਨੂੰ ਪਾਤਸ਼ਾਹੀਆਂ ਦਿੰਦੇ ਵੇਖੇ ਜਾਂਦੇ ਨੇ, ਤੇ ਫਿਰ ਤੂੰ ਕਿੱਡਾ ਵੱਡਾ ਪਾਤਸ਼ਾਹ। ਤੇਰੀ ਸ਼ਰਨ ਚ ਆਇਆ ਹੋਇਆ, ਤੇਰੀ ਪਨਾਹ ਵਿੱਚ ਆਇਆ ਹੋਇਆ ਸੇਵਕ ਕਿਸੇ ਦੂਸਰੇ ਥਾਂ ਤੇ ਜਾ ਕੇ ਨਹੀਂ ਮੰਗਦਾ। ਜਿਹਨੂੰ ਤੇਰੇ ਤੇ ਭਰੋਸਾ, ਤੇਰੀ ਸ਼ਰਨ ਵਿੱਚ ਹੈ, ਉਹਨੂੰ ਫਿਰ ਥਾਂ ਥਾਂ ਤੇ ਜਾ ਕੇ ਭਿਖਿਆ ਨਹੀਂ ਮੰਗਣੀ ਪੈਂਦੀ। ਮਰਦਾਨਿਆ, ਅੱਜ ਤੋਂ ਬਾਅਦ ਤੂੰ ਗੁਰੂ ਬਾਬੇ ਦਾ ਰਬਾਬੀ ਹੈ। ਜਾਤ ਦਾ ਮਰਾਸ਼ੀ ਹੋਣ ਕਰਕੇ ਤੇਰਾ ਸੁਭਾਅ ਹੈ ਲੋਕਾਂ ਕੋਲੋਂ ਮੰਗਣਾ ਤੇ ਖਾਣਾ, ਪਰ ਅੱਜ ਤੋਂ ਬਾਅਦ ਜੋ ਤੈਂ ਮੰਗਣਾ ਸਾਡੇ ਕੋਲੋਂ ਮੰਗੀ, ਕਿਤੇ ਹੋਰ ਨਾ ਜਾਈ। ਤੇ ਧੰਨ ਭਾਈ ਸਾਹਿਬ ਭਾਈ ਮਰਦਾਨਾ ਜੀ ਤਾ ਉਮਰ ਤੱਕ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਆਸਰਾ ਨਹੀਂ ਛੱਡਿਆ। ਜਦੋਂ ਲੋੜ ਪਈ ਗੁਰੂ ਬਾਬੇ ਕੋਲੋਂ ਹੀ ਮੰਗਿਆ, ਕਿਸੇ ਹੋਰ ਅੱਗੇ ਹੱਥ ਨਹੀਂ ਧੱਡੇ। ਸਾਹਿਬ ਦੇ ਭਾਣੇ ਵਿੱਚ ਚੱਲਣ ਵਾਲਿਆਂ ਨੂੰ ਕਿਸੇ ਹੋਰ ਥਾਂ ਤੇ ਭਿਖਿਆ ਨਹੀਂ ਮੰਗਣੀ ਪੈਂਦੀ। ਉਹਨਾਂ ਨੂੰ ਜਨਮ ਮਰਨ ਦੇ ਚੱਕਰਾਂ ਵਿੱਚ ਨਹੀਂ ਭਟਕਣਾ ਪੈਂਦਾ। ਜਾ ਕੋ ਮਹਲ ਹਜੂਰ ਦੂਜੇ ਨਿਵੈ ਕਿਸ। ਜਿਸ ਦੇ ਅੰਤਸ਼ਕਰਨ ਦੇ ਵਿੱਚ ਉਹਦਾ ਆਪਣਾ ਸਰੂਪ ਸਾਖਸ਼ਾਤਕਾਰ ਹੋ ਗਿਆ ਕਿ ਰੱਬ ਸਾਡੇ ਅੰਦਰ। ਬਾਹਰ ਵੇਖਣ ਤੇ ਰੱਬ ਉੱਥੇ ਵੀ ਦਿਸਦਾ। ਜਦੋਂ ਉਹਨਾਂ ਨੂੰ ਆਪਣਾ ਆਪ ਹੀ ਸਾਰਿਆਂ ਵਿੱਚ ਦਿਸਣ ਲੱਗ ਪਿਆ ਵੀ ਪ੍ਰਮਾਤਮਾ ਹੀ ਹੈ ਸਰਬ ਥਾਈਂ, ਅੰਦਰ ਵੀ ਬਾਹਰ ਵੀ, ਤੇ ਰੱਬ ਤੋਂ ਬਿਨਾਂ ਕੋਈ ਦੂਜਾ ਦਿਸਦਾ ਹੀ ਨਹੀਂ, ਤੇ ਫਿਰ ਕਿਸੇ ਦੂਜੇ ਅੱਗੇ ਨਿਵਣ ਕਿਵੇਂ? ਆਖੋ ਸਤਿਨਾਮ। ਉਸ ਸਾਹਿਬ ਤੋਂ ਬਿਨਾਂ ਕੋਈ ਦੂਜਾ ਹੋਵੇ ਤੇ ਉਹਦੇ ਅੱਗੇ ਨਿਵੀਏ। ਕਹਿੰਦੇ ਉਸ ਤੋਂ ਜਾ ਕੋ ਮਹਿਲ ਹਜ਼ੂਰ, ਜਿਨ੍ਹਾਂ ਦੇ ਹਿਰਦੇ ਰੂਪੀ ਅੰਤਸ਼ਕਰਨ ਵਿੱਚ ਆਪਣਾ ਸਵਰੂਪ ਹਜ਼ੂਰ ਕਹੀਏ ਸਾਖਸ਼ਾਤਕਾਰ ਹੋ ਗਿਆ, ਉਹਨਾਂ ਨੂੰ ਫਿਰ ਕੋਈ ਦੂਜਾ ਦਿਸਦਾ ਹੀ ਨਹੀਂ ਜਿਹਦੇ ਅੱਗੇ ਨਿਵਣ। ਜਦੋਂ ਉਹੀ ਹੈ ਤੇ ਆਪਣੇ ਅੱਗੇ ਆਪ ਹੀ ਕਿਵੇਂ ਨਿਵਣ? ਇਹ ਵੀ ਤਾਂ ਗੱਲ ਹੋ ਗਈ ਨਾ। ਆਪਣੇ ਅੱਗੇ ਹੀ ਆਪ ਕਿਵੇਂ ਨਿਵਣ? ਉਹੀ ਤਾਂ ਉਹੀ ਸਾਰੇ ਪਾਸੇ ਦਿਸ ਰਿਹਾ, ਕੋਈ ਦੂਜਾ ਹੈ ਹੀ ਨਹੀਂ, ਤੇ ਫਿਰ ਕਿਸੇ ਦੂਜੇ ਅੱਗੇ ਕਿਵੇਂ ਨਿਵਣ? ਦਰਵਾਣੀ ਨਾ ਹੈ ਮੂਲੇ ਪੁੱਛ ਤਿਸ। ਮੂਲੇ ਭਾਵ ਮੂਲੋਂ ਹੀ ਉਹਨੂੰ ਨਹੀਂ ਪੁੱਛਿਆ ਜਾਂਦਾ। ਜਿਹੜਾ ਕਿਸੇ ਸਰਕਾਰੇ ਦਰਬਾਰੇ ਦਰਵਾਜ਼ੇ ਤੇ ਖਲੋਤਾ ਦਰਵਾਨਚੀ ਹੁੰਦਾ ਨਾ, ਉਹਨੂੰ ਅੰਦਰ ਆਉਣ ਜਾਣ ਲਈ ਕਿਸੇ ਨੂੰ ਪੁੱਛਣਾ ਨਹੀਂ ਪੈਂਦਾ, ਸਗੋਂ ਉਹਦੇ ਜੀ ਅੰਦਰ ਉਹ ਕਹਿੰਦਾ ਠਹਿਰੋ, ਮੈਂ ਅੰਦਰੋਂ ਪਹਿਲਾਂ ਇਜਾਜ਼ਤ ਲਵਾਂ।
ਪਰ ਉਹਨੂੰ ਆਪ ਅੰਦਰ ਜਾਣ ਲਈ ਇਜਾਜ਼ਤ ਨਹੀਂ ਲੈਣੀ ਪੈਂਦੀ ਕਿ ਲੈਣੀ ਪੈਂਦੀ ਹੈ। ਜਿਹੜੇ ਸਾਹਿਬ ਦੇ ਦਰ ਦੇ ਸੇਵਕ ਨੇ ਨਾ, ਉਹਨਾਂ ਦੀ ਸਾਹਿਬ ਦੇ ਦਰ ਤੇ ਆਉਂਦਿਆਂ ਜਾਂਦਿਆਂ ਕੋਈ ਪੁੱਛ ਗਿੱਛ ਨਹੀਂ, ਉਹਨਾਂ ਦਾ ਆਉਣਾ ਜਾਣਾ ਸਹਿਜ ਹੀ ਹੁੰਦਾ ਪ੍ਰਮਾਤਮਾ ਦੇ ਘਰ ਵਿੱਚ। ਹਾਂਜੀ। ਛੁਟੈ ਤਾਕੈ ਬੋਲ ਸਾਹਿਬ ਨਦਰ ਜਿਸ। ਉਹ ਜਿਹੜਾ ਦਰਬਾਨ 'ਚ ਹੀ ਖੜਿਆ ਹੁੰਦਾ ਨਾ, ਤੇ ਕੋਈ ਦੂਸਰਾ ਬੰਦਾ ਆ ਰਿਹਾ ਹੋਵੇ ਤੇ ਉੱਥੇ ਜਿਹੜੇ ਗਾਰਡ ਖਲੋਤੇ ਹੁੰਦੇ ਅਫਸਰਾਂ ਦੇ ਦਰਬਾਨਚੀ ਦੇ ਸਾਹਮਣੇ, ਉਹ ਅੰਦਰ ਉਹ ਫੜ ਲੈਂਦੇ ਆ ਤੇ ਦਰਬਾਨਚੀ ਵੇਖ ਕੇ ਕਹਿੰਦਾ ਉਹ ਨਹੀਂ ਆਉਣ ਦਿਓ, ਮੈਂ ਜਾਣਦਾ ਇਹਨੂੰ, ਉਹ ਛੱਡ ਦਿੰਦੇ ਆ। ਕਹਿੰਦੇ ਰੱਬ ਦੇ ਜਿਹੜੇ ਪਿਆਰੇ ਨੇ ਨਾ, ਜਿਨ੍ਹਾਂ ਤੇ ਰੱਬ ਦੀ ਨਜ਼ਰ ਹੈ, ਉਹ ਬਸ ਬੋਲਦੇ ਹੀ ਨੇ, ਇੰਨਾ ਹੀ ਕਹਿੰਦੇ ਆ ਭਾਈ ਇਹ ਵੀ ਸਾਡੇ ਨੇ, ਤੇ ਉਹਨਾਂ ਦੇ ਬੋਲਾਂ ਨਾਲ ਹੀ ਜੀਵ ਜੰਮਾਂ ਤੋਂ ਛੁੱਟ ਜਾਂਦੇ ਹਨ। ਜੋ ਬੋਲ ਦੇਣ, ਛੁਟੈ ਤਾਂ ਕੈ ਬੋਲ, ਛੁਟੈ ਤਾਂ ਕੈ ਬੋਲ ਸਾਹਿਬ ਨਦਰ ਜਿਸ। ਜਿਸ ਤੇ ਸਾਹਿਬ ਦੀ ਨਜ਼ਰ ਹੋਵੇ ਉਹਦੇ ਤਾਂ ਬੋਲਾਂ ਨਾਲ ਹੀ ਜੀਵ ਛੁੱਟ ਜਾਂਦੇ ਐ, ਮੁਕਤ ਹੋ ਜਾਂਦੇ ਹਨ। ਲੈ ਆਣੇ ਆਪ ਜਿਸ ਨਾਹੀਂ ਦੂਜਾ ਮਤੈ ਕੋਏ। ਉਹਦੇ ਆਣੇ ਹੋਏ ਜੀਵ ਇਸ ਸੰਸਾਰ ਵਿੱਚ ਆਉਂਦੇ ਨੇ, ਉਹਦੇ ਕੱਲੇ ਹੋਏ ਸੰਸਾਰ ਵਿੱਚੋਂ ਜੀਵ ਜਾਂਦੇ ਨੇ। ਤੇ ਜਦੋਂ ਜੀਵਾਂ ਨੂੰ ਭੇਜਣਾ ਹੋਵੇ ਜਾਂ ਸੱਦਣਾ ਹੋਵੇ ਤਾਂ ਉਹਨੂੰ ਕਿਸੇ ਦੂਜੇ ਕੋਲੋਂ ਮਤ ਨਹੀਂ ਲੈਣੀ ਪੈਂਦੀ, ਸਲਾਹ ਨਹੀਂ ਲੈਣੀ ਪੈਂਦੀ, ਕਿਉਂਕਿ ਉਹ ਸੁਤੰਤਰ ਹੈ। ਉਹ ਆਪਣੀ ਮਰਜ਼ੀ ਨਾਲ ਜੀਵਾਂ ਨੂੰ ਭੇਜਦਾ ਤੇ ਮਰਜ਼ੀ ਨਾਲ ਸੱਦਦਾ। ਹਾਂਜੀ। ਢਾਹੇ ਉਸਾਰੇ ਸਾਜ ਜਾਣੈ ਸਭ ਸੋਏ। ਉਹ ਢਾਉਂਦਾ ਵੀ ਆ, ਉਸਾਰਦਾ ਵੀ ਆ, ਸਾਜਦਾ ਵੀ ਹੈ, ਉਹ ਆਪ ਸਾਰਿਆਂ ਨੂੰ ਜਾਣਦਾ ਹੈ। ਆਓ ਨਾਨਕ ਬਖਸ਼ੀਸ ਨਦਰੇ ਕਰਮ ਹੋਏ। ਕਹਿੰਦੇ ਜਦੋਂ ਉਸ ਨਦਰੀ ਵਾਹਿਗੁਰੂ ਪਰਮੇਸ਼ਰ ਦੀ ਬਖਸ਼ਿਸ਼ ਹੁੰਦੀ ਹੈ ਤਾਂ ਜਾ ਕੇ ਗੁਰੂ ਨਾਨਕ ਸਾਹਿਬ ਕਹਿੰਦੇ ਪ੍ਰਮਾਤਮਾ ਦੇ ਨਾਮ ਦੀ ਬਖਸ਼ਿਸ਼ ਹਾਸਲ ਹੁੰਦੀ ਹੈ। ਨਾਮ ਬਖਸ਼ਿਸ਼ ਵਜੋਂ ਤਾਂ ਮਿਲਦਾ ਜਦੋਂ ਵਾਹਿਗੁਰੂ ਜੀ ਆਪਣੀ ਨਜ਼ਰ ਕਰਦੇ ਨੇ ਜਾਂ ਪੂਰਬਲੇ ਜਨਮਾਂ ਦੇ ਕੋਈ ਕਰਮ ਅੰਕੁਰਿਤ ਹੁੰਦੇ ਨੇ। ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਇਹ ਗਾਵਿਆ ਸੁਣਿਆ ਥਾਂ ਪੈ ਜਾਵੇ। ਗੁਰੂ ਕੀ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।